ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ, ਅਤੇ ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਅਤੇ ਬਹੁਤ ਹੀ ਵਧੀਆ ਜਾ ਰਿਹਾ ਹੋਵੇਗਾ। ਆਓ ਚਿਹਰੇ 'ਤੇ ਲਿਆਓ ਇੱਕ ਵੱਡੀ ਸਾਰੀ ਮੁਸਕਰਾਹਟ ਅਤੇ ਕਰੋ ਸ਼ੁਕਰਾਨਾ ਉਸ ਰੱਬ ਦਾ। ਅੱਜ ਦਾ ਇੱਕ ਸੋਹਣਾ ਜਿਹਾ ਪਿਆਰਾ ਜਿਹਾ ਦਿਨ ਸਾਨੂੰ ਮਿਲਿਆ। ਅੱਜ ਦੀ ਕਹਾਣੀ ਇੱਕ ਐਸੀ ਔਰਤ ਦੀ ਜਿਹਨੂੰ ਆਪਣੇ ਆਫਿਸ ਦੇ ਵਿੱਚੋਂ ਇੰਪਲੋਈ ਆਫ ਦਾ ਈਅਰ ਅਵਾਰਡ ਮਿਲਿਆ, ਅਤੇ ਇੱਕ ਉਹ ਪਹਿਲੀ ਵਾਰੀ ਨਹੀਂ ਮਿਲਿਆ। ਕਹਿੰਦੇ ਨੇ ਕਿ ਪਿਛਲੇ ਲਗਾਤਾਰ 7 ਸਾਲਾਂ ਤੋਂ ਇਹ ਅਵਾਰਡ ਇਹਦੇ ਹਿੱਸੇ ਹੀ ਆਉਂਦਾ, ਪਰ ਕਦੀ ਵੀ ਇਹਨੇ ਮਾਈਕ ਦੇ ਉੱਤੇ ਆਉਣਾ ਜ਼ਰੂਰੀ ਨਹੀਂ ਸਮਝਿਆ। ਹਰ ਸਾਲ ਇਹਨੂੰ ਆਫਰ ਕੀਤਾ ਜਾਂਦਾ ਕਿ 2 ਬੋਲ ਸਾਂਝੇ ਕਰ, ਪਰ ਇਹ ਹਮੇਸ਼ਾ ਕੰਨੀ ਕਤਰਾਉਂਦੀ ਹੈ। ਅੱਜ ਕਿਸੇ ਨਾ ਕਿਸੇ ਤਰ੍ਹਾਂ ਦਾ ਨਾਲ ਇਹਨੂੰ ਰੈਡੀ ਕਰ ਲਿਆ ਗਿਆ। ਬਹੁਤ ਸਾਰੇ ਇੱਥੇ ਕੰਮਕਾਰ ਕਰ ਰਹੇ ਜੂਨੀਅਰਸ ਜਿਨ੍ਹਾਂ ਦੇ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਨਹੀਂ, ਅੱਜ ਦੇ ਦਿਨ ਤੂੰ ਆਪਣੀ ਜ਼ਿੰਦਗੀ ਦੀ ਕਹਾਣੀ ਸਾਨੂੰ ਦੱਸ, ਕਿਉਂਕਿ ਕਾਫੀ ਸਾਰੇ ਗੁੱਝੇ ਭੇਦ ਨੇ ਇਸ ਦੀ ਜ਼ਿੰਦਗੀ ਦੇ ਵਿੱਚ। ਕੁਛ ਗੁੱਝੇ ਇਸ ਕਰਕੇ ਵੀ ਕਿਉਂਕਿ ਇੰਨੇ ਵੱਡੇ ਅਹੁਦੇ 'ਤੇ ਹੋਣ ਦੇ ਬਾਵਜੂਦ ਵੀ ਕਈ ਵਾਰੀ ਸ਼ਾਮ ਦੇ ਸਮੇਂ ਲੋਕ ਇਹਨੂੰ ਪੋਚਾ ਮਾਰਦਿਆਂ ਵੇਖ ਲੈਂਦੇ ਨੇ। ਸਾਰੇ ਜਾਣਨਾ ਚਾਹੁੰਦੇ ਨੇ ਕਿ ਆਖਰਕਾਰ ਵਜ੍ਹਾ ਕੀ ਹੈ। ਕੁਛ ਇੱਕ ਛੋਟੀਆਂ ਮੋਟੀਆਂ ਗੱਲਾਂ ਇੱਧਰੋਂ ਉੱਧਰੋਂ ਸੁਣੀਆਂ ਵੀ ਨੇ। ਸੁਣਨ ਦੇ ਵਿੱਚ ਆਇਆ ਕਿ ਕਾਫੀ ਥੱਲੜੇ ਅਹੁਦੇ ਤੋਂ ਉੱਠ ਕੇ ਉੱਪਰ ਤੱਕ ਪਹੁੰਚੀ। ਆਖਰਕਾਰ ਅੱਜ ਮਾਈਕ ਦੇ ਉੱਤੇ ਪਹੁੰਚੀ ਹੈ ਇੰਪਲੋਈ ਆਫ ਦੀ ਈਅਰ। ਇਸ ਜਨਾਨੀ ਨੇ ਦੱਸਿਆ ਕਿ ਮੈਂ ਇਸੇ ਫਰਮ ਦੇ ਵਿੱਚ, ਇਸੇ ਕੰਪਨੀ ਦੇ ਵਿੱਚ ਮੈਂ ਕਲੀਨਿਕ ਦਾ ਕੰਮ ਕਰਦੀ ਹੁੰਦੀ ਸੀ। ਘਰ ਦਾ ਗੁਜ਼ਾਰਾ ਔਖਾ ਚੱਲਦਾ ਸੀ, ਸੋ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਇੱਥੇ ਕਲੀਨਿਕ ਦਾ ਕੰਮ ਮਿਲ ਗਿਆ। ਸਾਫ ਸਫਾਈ ਕਰਦਿਆਂ, ਕਲੀਨਿੰਗ ਕਰਦਿਆਂ ਮੈਂ ਉੱਧਰ ਉੱਧਰ ਸਾਰਾ ਖਿਆਲ ਰੱਖਣਾ। ਜਿਹੜੀਆਂ ਚੀਜ਼ਾਂ ਨਹੀਂ ਵੀ ਕਹੀਆਂ ਜਾਂਦੀਆਂ ਉਹ ਵੀ ਬੜੀ ਇਮਾਨਦਾਰੀ ਦੇ ਨਾਲ ਮੈਂ ਕਰਨੀਆਂ। ਇੱਕ ਦਿਨ ਕੀ ਵੇਖਦੀ ਹਾਂ ਕਿ ਸਾਰੇ ਜਾਣੇ ਜਾ ਚੁੱਕੇ ਨੇ, ਪਰ ਕੰਪਨੀ ਦੇ ਡਾਇਰੈਕਟਰ ਬੜੀ ਪਰੇਸ਼ਾਨੀ ਦੇ ਵਿੱਚ ਬੈਠੇ ਨੇ। ਅਤੇ ਇਹ ਕੋਈ ਪਹਿਲਾ ਦਿਨ ਨਹੀਂ, ਲਗਾਤਾਰ ਤੀਸਰਾ ਦਿਨ ਹੈ। ਇਹ ਸਾਰਿਆਂ ਦੇ ਜਾਣ ਤੋਂ ਬਾਅਦ ਕਾਫੀ ਲੰਮਾ ਸਮਾਂ ਬੈਠੇ ਰਹਿੰਦੇ ਆ ਅਤੇ ਕਾਫੀ ਪਰੇਸ਼ਾਨੀ ਦੇ ਵਿੱਚ ਨੇ। ਮੈਂ ਦਫ਼ਤਰ ਦੀ ਸਫਾਈ ਕਰਨੀ ਹੁੰਦੀ, ਇਸ ਕਰਕੇ ਇੰਤਜ਼ਾਰ ਕਰਦੀ ਰਹਿੰਦੀ ਬਾਹਰ। ਇੱਕ ਦਿਨ ਪਤਾ ਨਹੀਂ ਕਿਉਂ ਹੌਸਲਾ ਜਿਹਾ ਕਰਕੇ ਪੁੱਛ ਲਿਆ, ਸਾਹਿਬ ਜੀ ਤੁਸੀਂ ਬਹੁਤ ਪਰੇਸ਼ਾਨ ਨਜ਼ਰ ਆਉਂਦੇ ਹੋ, ਮੈਂ ਤੁਹਾਡੀ ਕੋਈ ਮਦਦ ਕਰ ਸਕਦੀ ਹਾਂ? ਅਤੇ ਉਹਨਾਂ ਨੇ ਮੇਰੇ ਵੱਲ ਨੂੰ ਕੁਰਸੀ ਘੁਮਾਈ ਅਤੇ ਇੱਕ ਮੁਸਕਰਾਹਟ ਦੇ ਨਾਲ ਕਿਹਾ, ਸ਼ਾਇਦ ਤੁਸੀਂ ਮੇਰੀ ਮਦਦ ਤਾਂ ਨਹੀਂ ਕਰ ਸਕਦੇ, ਪਰ ਧੰਨਵਾਦ ਤੁਹਾਡਾ ਪੁੱਛਣ ਦੇ ਲਈ। ਇੰਨੇ ਦੇ ਵਿੱਚ ਉਹਨਾਂ ਦੇ ਅੱਗੇ ਕੁਛ ਕਾਗਜ਼ ਪੱਤਰ ਪਏ ਵੇਖੇ, ਕੁਛ ਡਰਾਇੰਗਸ ਪਈਆਂ ਵੇਖੀਆਂ। ਚਿੱਤਰਾਂ ਦੇ ਵਿੱਚ, ਡਰਾਇੰਗ ਦੇ ਵਿੱਚ ਮੇਰਾ ਸ਼ੁਰੂ ਤੋਂ ਹੀ ਬਹੁਤ ਰੁਝਾਨ ਸੀ। ਸਕੂਲ ਟਾਈਮ ਤੋਂ ਹੀ ਸਾਰੇ ਕਹਿੰਦੇ ਸੀ ਕਿ ਮੇਰੇ ਵਰਗੇ ਕੋਈ ਚਿੱਤਰ ਨਹੀਂ ਬਣਾ ਸਕਦਾ। ਮੈਂ ਬਹੁਤ ਵਧੀਆ ਅਤੇ ਨਵੇਕਲੇ ਡਿਜ਼ਾਈਨ ਬਣਾਉਂਦੀ ਸੀ, ਪਰ ਘਰ ਦੀ ਗਰੀਬੀ ਦੇ ਕਰਕੇ ਮੈਂ ਅੱਗੇ ਕੰਟੀਨਿਊ ਨਹੀਂ ਕਰ ਸਕੀ। ਆਪਣੇ ਆਪ ਦੀ ਇਹ ਕਾਬਲੀਅਤ ਪਤਾ ਨਹੀਂ ਕਿੱਥੇ ਨੱਪ ਕੇ ਰਹਿ ਗਈ। ਅੱਜ ਬੌਸ ਦੇ ਅੱਗੇ ਪਏ ਇਹ ਕਾਗਜ਼ ਪੱਤਰ, ਇਹ ਡਰਾਇੰਗ ਵੇਖ ਕੇ ਬਦੋ ਬਦੀ ਅੱਖਾਂ ਕੁਛ ਪਲ ਦੇ ਲਈ ਰੁਕ ਗਈਆਂ। ਅਤੇ ਬੌਸ ਨੇ ਦੁਬਾਰਾ ਘੁੰਮ ਕੇ ਪੁੱਛਿਆ, ਕੁਛ ਚਾਹੀਦਾ? ਮੈਂ ਕਿਹਾ ਨਹੀਂ, ਮੈਂ ਡਰਾਇੰਗ ਵੇਖ ਰਹੀ ਹਾਂ ਕਿਉਂਕਿ ਮੇਰਾ ਵੀ ਡਰਾਇੰਗ ਬਣਾਉਣ ਦੇ ਵਿੱਚ ਬਹੁਤ ਇੰਟਰਸਟ ਹੈ। ਅਤੇ ਬੌਸ ਜਿੱਦਾਂ ਲੱਭ ਹੀ ਰਿਹਾ ਸੀ ਕੋਈ ਨਾ ਕੋਈ ਬੰਦਾ ਦੁੱਖ ਸੁੱਖ ਬੋਲਣ ਦੇ ਲਈ। ਬੌਸ ਨੇ ਦੱਸਿਆ ਕਿ ਕੰਪਨੀ ਦੇ ਵਿੱਚ ਇੱਕ ਵੱਡਾ ਕੰਟਰੈਕਟ ਆਇਆ, ਪਰ ਜਿਹੜੀ ਕੰਪਨੀ ਦਾ ਕੰਟਰੈਕਟ ਹੈ ਉਹਨਾਂ ਨੂੰ ਸਾਡੇ ਆਰਟਿਸਟਾਂ ਦੇ ਬਣਾਏ ਕੋਈ ਵੀ ਡਿਜ਼ਾਈਨ ਪਸੰਦ ਨਹੀਂ ਆ ਰਹੇ। ਉਹ ਚਾਹੁੰਦੇ ਨੇ ਕੁਛ ਨਵਾਂ। ਅਤੇ ਮੈਂ ਹੀ ਪਿਛਲੇ 3 ਦਿਨਾਂ ਤੋਂ ਸੋਚਦਾ ਰਹਿੰਦਾ ਕਿ ਇਹੋ ਜਿਹਾ ਕੀ ਨਵਾਂ ਕਰਕੇ ਦਿੱਤਾ ਜਾਵੇ। ਪਤਾ ਨਹੀਂ ਕਿਉਂ ਮੱਲੋ ਮੱਲੀ ਮੂੰਹੋਂ ਨਿਕਲਿਆ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਕੋਸ਼ਿਸ਼ ਕਰਕੇ ਵੇਖਾਂ। ਅਤੇ ਬੌਸ ਨੇ ਬੜੀ ਹੈਰਾਨੀ ਦੇ ਨਾਲ ਮੇਰੇ ਵੱਲ ਵੇਖਿਆ, ਸ਼ਾਇਦ ਮਨ ਦੇ ਵਿੱਚ ਸੋਚਦਾ ਹੋਵੇ
ਕਿ ਚਲੋ ਮਨਾ ਕੀ ਕਰਨਾ, ਕੱਲ੍ਹ ਦੇ ਦਿਨ ਇਹਦੇ ਡਰਾਇੰਗ ਵੇਖ ਕੇ ਘੜੀ ਖੁਸ਼ ਹੀ ਹੋ ਲਵਾਂਗੇ। ਅਗਲੇ ਦਿਨ ਮੈਂ ਕੁਛ ਨਾ ਕੁਛ ਝਰੀਟਾਂ ਕਾਗਜ਼ਾਂ ਦੇ ਉੱਤੇ ਮਾਰੀਆਂ ਅਤੇ ਸੰਗਦੇ ਆ ਕੇ ਬੌਸ ਨੂੰ ਦੇ ਦਿੱਤੀਆਂ। ਬੌਸ ਨੇ ਬੜੇ ਧਿਆਨ ਦੇ ਨਾਲ ਉਹ ਵੇਖਿਆ। ਪਤਾ ਨਹੀਂ ਉਹਨੂੰ ਚੰਗੀਆਂ ਲੱਗੀਆਂ ਸੀ ਜਾਂ ਨਹੀਂ ਸੀ ਲੱਗੀਆਂ। ਮੂੰਹੋਂ ਕੁਛ ਨਹੀਂ ਬੋਲਿਆ। ਜਦੋਂ ਮੈਂ ਅਗਲੇ ਦਿਨ ਸਫਾਈ ਕਰਕੇ ਜਾਣ ਲੱਗੀ ਤਾਂ ਬੌਸ ਨੇ ਬੁਲਾ ਕੇ ਕਿਹਾ, ਕੀ ਤੂੰ ਇਹਦੇ ਨਾਲ ਦਾ ਕੁਛ ਹੋਰ ਬਣਾ ਕੇ ਲੈ ਕੇ ਆ ਸਕਦੀ ਹੈ? ਜੋ ਕਿ ਮੈਂ ਪਹਿਲਾਂ ਹੀ ਬਣਾ ਕੇ ਰੱਖਿਆ ਸੀ। ਜਦੋਂ ਸਾਰੇ ਡਿਜ਼ਾਈਨਰਸ ਦੇ ਸਾਹਮਣੇ ਪ੍ਰੋਜੈਕਟਰ ਦੇ ਉੱਤੇ ਮੇਰੀ ਉਹ ਡਰਾਇੰਗ, ਮੇਰੇ ਉਹ ਆਰਟ ਪ੍ਰੈਜ਼ੈਂਟ ਕੀਤੇ ਗਏ ਤਾਂ ਸਾਰੇ ਹੈਰਾਨ ਸੀ। ਮੈਨੂੰ ਲੱਗਾ ਸ਼ਾਇਦ ਕਿਸੇ ਨੂੰ ਕੋਈ ਪਸੰਦ ਨਹੀਂ ਆਇਆ, ਸ਼ਾਇਦ ਇਹ ਹੱਸਣਗੇ ਹੁਣ ਮੇਰੇ ਉੱਤੇ, ਸਾਰੇ ਆਫਿਸ ਨੂੰ ਇਕੱਠਾ ਕਰਕੇ ਮੇਰੀ ਖਿੱਲੀ ਉਡਾਉਣਗੇ। ਪਰ ਉਹ ਦਿਨ ਸੀ ਜਦੋਂ ਸਾਰਿਆਂ ਨੇ ਖੜੇ ਹੋ ਕੇ ਤਾੜੀਆਂ ਮਾਰੀਆਂ। ਮੈਂ ਹੈਰਾਨ ਸੀ ਤੇ ਅੱਖਾਂ ਦੇ ਵਿੱਚ ਅਥਰੂ। ਜਜ਼ਬਾਤੀ ਹੋਈ ਆਪਣੇ ਹੱਥ ਦੇ ਵਿੱਚ ਪੋਚਾ ਹੋਰ ਕੁੱਟੀ ਜਾਵਾਂ। ਪਤਾ ਨਹੀਂ ਕੀ ਸੋਚ ਰਹੇ ਹੋਣਗੇ, ਪਤਾ ਨਹੀਂ ਕੀ ਕਹਿ ਦੇਣ। ਪਰ ਆਖਰ ਤਾੜੀਆਂ ਬੰਦ ਹੋਈਆਂ ਤੇ ਬੌਸ ਨੇ ਇੱਕ ਅਨਾਊਂਸਮੈਂਟ ਕੀਤੀ ਕਿ ਅੱਜ ਤੋਂ ਬਾਅਦ ਇਹ ਐਜ਼ ਏ ਕਲੀਨਰ ਨਹੀਂ, ਐਜ਼ ਏ ਸਕੈਚ ਆਰਟਿਸਟ ਇਸੇ ਆਫਿਸ ਦੇ ਵਿੱਚ ਕੰਮ ਕਰੇਗੀ। ਉਸ ਦਿਨ ਤੋਂ ਬਾਅਦ ਮੈਂ ਬਹੁਤ ਮਿਹਨਤ ਦੇ ਨਾਲ ਕੰਮ ਕੀਤਾ ਤੇ ਅੱਜ ਮੈਂ ਇਸ ਰੁਤਬੇ ਦੇ ਉੱਤੇ ਪਹੁੰਚੀ ਹਾਂ। ਬੜੀ ਇੱਜ਼ਤ ਮਿਲੀ ਇਸ ਕੰਪਨੀ ਦੇ ਵਿੱਚੋਂ, ਬੜਾ ਮਾਣ ਸਤਿਕਾਰ ਮਿਲਿਆ। ਮੇਰੇ ਕੀਤੇ ਹੋਏ ਕੰਮਾਂ ਨੂੰ ਬਹੁਤ ਐਪਰੀਸ਼ੀਏਟ ਕੀਤਾ ਜਾਂਦਾ ਰਿਹਾ। ਤੇ ਅੱਜ ਵੀ ਜਦੋਂ ਸਾਰੇ ਚਲੇ ਜਾਂਦੇ ਨੇ, ਆਲਰੇਡੀ ਸਫਾਈ ਹੋ ਚੁੱਕੀ ਹੁੰਦੀ ਹੈ ਤੇ ਮੈਂ ਪੋਚਾ ਫੜ ਕੇ ਫਿਰ ਦੁਬਾਰਾ ਤੋਂ ਮਾਰਦੀ ਹਾਂ ਕਦੀ ਕਦੀ ਇਸ ਆਫਿਸ ਦੇ ਵਿੱਚ, ਇਸ ਕਰਕੇ ਕਿ ਮੈਂ ਆਪਣੀ ਕਿਤੇ ਔਕਾਤ ਨਾ ਭੁੱਲ ਜਾ। ਜੋ ਵੀ ਉਸ ਰੱਬ ਨੇ ਦਿੱਤਾ ਤੇ ਜਿੱਥੋਂ ਸਫ਼ਰ ਸ਼ੁਰੂ ਹੋਇਆ ਉਹਨੂੰ ਮੈਂ ਕਦੀ ਵੀ ਨਹੀਂ ਭੁੱਲਣਾ ਚਾਹੁੰਦੀ। ਇਸ ਸਪੀਚ ਦੇ ਨਾਲ ਸਾਰੇ ਦਾ ਸਾਰਾ ਆਫਿਸ ਇੱਕ ਵਾਰੀ ਫਿਰ ਤੋਂ ਜਜ਼ਬਾਤੀ ਹੋ ਚੁੱਕਾ ਸੀ। ਪਰ ਇਹ ਕਹਾਣੀ ਸੁਣ ਕੇ ਆਪਾਂ ਜਜ਼ਬਾਤੀ ਨਹੀਂ ਹੋਣਾ। ਆਪਾਂ ਇਸ ਕਹਾਣੀ ਤੋਂ ਮੈਸੇਜ ਲੈਣਾ। ਮੈਸੇਜ ਇਹ ਲੈਣਾ, ਪਹਿਲੀ ਗੱਲ ਤੇ ਆਪਣੇ ਵਿੱਚ ਜਿਹੜਾ ਵੀ ਤੁਹਾਡੇ ਹੁਨਰ ਆ ਉਹਨੂੰ ਦੂਸਰਿਆਂ ਤੋਂ ਲੁਕਾਉਣ ਦੀ ਲੋੜ ਨਹੀਂ। ਜੇ ਤੁਹਾਡੇ ਵਿੱਚ ਕੋਈ ਕਾਬਲੀਅਤ ਹੈਗੀ ਆ ਤੇ ਉਹ ਤੁਸੀਂ ਦੱਸੋਗੇ ਨਹੀਂ ਤੇ ਸਾਹਮਣੇ ਕਦੀ ਵੀ ਨਹੀਂ ਆਊਗੀ। ਆਪਣੀ ਕਾਬਲੀਅਤ ਆਪਣੇ ਆਸ-ਪਾਸ ਲੋਕਾਂ ਨੂੰ ਜ਼ਰੂਰ ਦੱਸਿਆ ਕਰੋ, ਜ਼ਰੂਰ ਉਹਨਾਂ ਦੇ ਨਾਲ ਸਾਂਝੀ ਕਰਿਆ ਕਰੋ। ਤੇ ਦੂਸਰੀ ਚੀਜ਼, ਜੇਕਰ ਤੁਸੀਂ ਖੁਦ ਕਿਸੇ ਕੰਮਕਾਰ ਦੇ ਵਿੱਚ ਕਿਸੇ ਵੱਡੇ ਅਹੁਦੇ ਦੇ ਉੱਤੇ ਬੈਠੇ ਹੋ ਤੇ ਆਪਣੇ ਆਸ-ਪਾਸ ਲੋਕਾਂ ਨੂੰ ਕਦੀ ਵੀ ਕਿਸੇ ਗੱਲੋਂ ਘੱਟ ਨਾ ਸਮਝੋ। ਹਰ ਇੱਕ ਨੂੰ ਇੱਕ ਮੌਕਾ ਬਣਦਾ, ਕੋਈ ਪਤਾ ਨਹੀਂ ਕਿੰਨੇ ਕੀ ਕਰ ਦੇਣਾ। ਕਈ ਵਾਰੀ ਆਪਾਂ ਸਿਰਫ ਡਿਗਰੀਆਂ ਦੇ ਵਿੱਚ, ਸਰਟੀਫਿਕੇਟਾਂ ਦੇ ਵਿੱਚ ਬੰਦੇ ਦੀ ਕਾਬਲੀਅਤ ਲੱਭ ਰਹੇ ਹੁੰਦੇ ਹਾਂ, ਪਰ ਉਹ ਤੁਹਾਡੇ ਆਸ-ਪਾਸ ਕਿਸੇ ਛੋਟੇ-ਮੋਟੇ ਰੂਪ ਦੇ ਵਿੱਚ ਵੀ ਪਈ ਹੋ ਸਕਦੀ ਹੈ। ਇੱਕ ਅਨਪੜ੍ਹ ਦੇ ਵਿੱਚ ਵੀ ਉਹ ਕਾਬਲੀਅਤ ਹੋ ਸਕਦੀ ਹੈ ਜਿਹੜੀ ਸ਼ਾਇਦ ਕਿਸੇ ਪੜ੍ਹੇ ਲਿਖੇ ਦੇ ਵਿੱਚ ਵੀ ਨਾ ਹੋਵੇ। ਸੋ ਇਸ ਕਰਕੇ ਕਦੀ ਵੀ ਕਿਸੇ ਨੂੰ ਘੱਟ ਜਾਣਨ ਦੀ ਬਜਾਏ ਉਹਦਾ ਹੁਨਰ ਇੱਕ ਵਾਰੀ ਦੇਖ ਜ਼ਰੂਰ ਲੈਣਾ ਚਾਹੀਦਾ। ਤੇ ਸਭ ਤੋਂ ਵੱਡੀ ਗੱਲ, ਜਿੱਥੋਂ ਆਪਾਂ ਸ਼ੁਰੂ ਹੋਏ ਹਾਂ, ਆਪਣਾ ਪਿੱਛਾ, ਆਪਣੀ ਔਕਾਤ ਕਦੀ ਨਹੀਂ ਭੁੱਲਣੀ ਚਾਹੀਦੀ। ਕਹਿੰਦੇ ਨੇ ਜਿਹੜਾ ਬੰਦਾ ਆਪਣੀਆਂ ਜੜ੍ਹਾਂ ਦੇ ਨਾਲੋਂ ਟੁੱਟ ਜਾਂਦਾ ਉਹ ਫਿਰ ਹੌਲੀ ਹੌਲੀ ਕਰਕੇ ਪੱਤੇ, ਟਾਹਣੀਆਂ, ਮੁੱਢ ਸਾਰਾ ਕੁਛ ਸੁੱਕਣਾ ਸ਼ੁਰੂ ਹੋ ਜਾਂਦਾ। ਸਮਾਂ ਤਾਂ ਲੱਗਦਾ ਪਰ ਸੁੱਕਦਾ ਜ਼ਰੂਰ ਹੈ। ਸੋ ਇਸ ਕਰਕੇ ਜੜ੍ਹਾਂ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।